ਦਾ 22ਵਾਂ ਦਿਨ ਹੈ। ਇਸ ਸਮੇਂ ਅਸੀਂ ਸਿੰਘੂ ਬਾਰਡਰ ਤੇ ਖੜੇ ਆ। ਠੰਡ ਤੁਸੀਂ ਦੇਖ ਸਕਦੇ ਹੋ, ਧੁੰਦਾਂ ਪੈ ਰਹੀਆਂ ਨੇ ਤੇ ਲਗਾਤਾਰ ਕਿਸਾਨ ਨੇ ਜਿਹੜੇ ਸ਼ਹੀਦੀਆਂ ਪਾ ਰਹੇ ਨੇ, ਪਰ ਵੀ ਨੌਜਵਾਨਾਂ 'ਚ ਤੁਸੀਂ ਜੋਸ਼ ਦੇਖ ਸਕਦੇ ਹੋ ਕਿ ਲਗਾਤਾਰ ਨੌਜਵਾਨਾਂ 'ਚ ਜੋਸ਼ ਹੈ ਜਿਹੜਾ ਉਹ ਵੱਧ ਰਿਹਾ। ਹਾਂਜੀ ਭਾਜੀ, ਕੀ ਕਹਿਣਾ ਚਾਹੋਗੇ? ਭਾਜੀ, ਜੋ ਕਾਨੂੰਨ ਮੋਦੀ ਸਰਕਾਰ ਨੇ ਪਾਸ ਕੀਤੇ ਆ, ਇਹ ਬਸ ਜਲਦੀ ਤੋਂ ਜਲਦੀ ਰੱਦ ਕਰ ਦੇ, ਨਹੀਂ ਤੇ ਫਿਰ ਚੱਕ ਵੱਟੇ ਦਿਆਂਗੇ। ਬੜੀ ਬੁਰੀ ਹਾਲਤ ਕਰਾਂਗੇ ਅਸੀਂ। ਪੂਰੀ ਤਿਆਰੀ ਹੈ। ਅਗਲੀ ਵਾਰ ਜਦੋਂ ਮੈਂ 1-2 ਦਿਨਾਂ ਨੂੰ ਆਉਣਾ, ਇਹ ਤੋਂ ਵੱਧ ਤਿਆਰੀ ਕਰਕੇ ਆਉਂਗਾ। ਐਤਕੀ ਤੇ ਝੰਡੇ ਸਾਰੇ ਪੰਜਾਬ ਨੇ ਦੇਖਿਆ ਨਾ, ਮੁੜ ਕੇ ਸਾਰਾ ਇੰਡੀਆ ਦੇਖੂਗਾ। ਜੱਟ ਬੰਦਾ 10 ਮਿੰਟ ਕਹਿ ਕੇ ਸਾਰੀ ਦਿਹਾੜੀ ਨਹੀਂ ਮੁੜਦਾ। ਇਹ ਤੇ ਫਿਰ 6 ਮਹੀਨੇ ਆ। ਜੋ ਬੋਲੇ ਸੋਹਣਿਆਲ ਜਿੰਦਾਬਾਦ ਜਿੰਦਾਬਾਦ। ਸਾਡੀ ਦੂਜੀ ਗੱਲ ਹੀ ਕੋਈ ਨਹੀਂ, ਕਾਨੂੰਨ ਰੱਦ ਤੇ ਰੱਦ। ਇਹ ਤੋਂ ਇਲਾਵਾ ਕੋਈ ਗੱਲ ਨਹੀਂ, ਕੋਈ ਸੁਣਵਾਈ ਨਹੀਂ, ਕੋਈ ਨਾ ਤੇ ਨਾ ਗੱਲ ਅਸੀਂ ਕਰਨੀ ਨਹੀਂ ਆ। ਦੂਜੀ ਗੱਲ ਕੋਈ ਹੁਣ ਜਦੋਂ ਜੈਸ ਨੋ ਦੇ ਵਿੱਚ ਜਵਾਬ ਦੇਵੇ ਜੀ। ਆ ਪਹਿਲੀ ਵਾਰੀ ਆਇਆ, ਇਹ ਤੋਂ ਬਾਅਦ ਚ ਮੈਂ ਲੇਟ ਹੋ ਗਿਆ, ਇਸ ਵਾਸਤੇ ਬੜਾ। ਮੋਦੀ ਤਾਂ ਕਹਿ ਰਿਹਾ ਕਿ ਮੈਂ ਹੁਣ ਸੱਦਾ ਨਹੀਂ ਦਊਂਗਾ, ਕਿਸਾਨਾਂ ਨੇ ਮੀਟਿੰਗ ਕਰਨੀ ਆਪ ਆਣ। ਕੇਂਦਰ ਵੱਲੋਂ ਸੱਦਾ ਨਹੀਂ ਆਉਂਦਾ। ਮੋਦੀ ਆਪ ਆਏ ਇੱਥੇ ਆਏ ਕੰਜਰਾ ਕੀ ਆ? ਮੋਦੀ ਕੁਛ ਨਹੀਂ ਆ। ਮੋਦੀ ਕੀ ਆ? ਅਸੀਂ ਬਣਾਇਆ ਦਾ, ਮੋਦੀ ਨੂੰ ਕਿਹਨੇ ਬਣਾਇਆ ਦਾ? ਜਿਹੜੇ ਅਡਾਨੀ ਅਬਾਨੀ ਆ ਨਾ, ਉਹਨਾਂ ਨਾਲ ਗੱਲ ਕਰਨੀ ਪੈਣੀ। ਉਹਨਾਂ ਦਾ ਮੋਦੀ ਦਾ ਉਹਨਾਂ ਦਾ ਕੁੱਤਾ ਆ, ਮੋਦੀ ਦੇ ਹੋਰ ਕੁਛ ਨਹੀਂ। ਮੋਦੀ ਦਾ ਕੋਈ ਨਹੀਂ, ਕੱਲਾ ਅਡਾਨੀ ਅਬਾਨੀਆਂ ਨਾਲ ਹੀ ਗੱਲ ਹੋਊਗੀ। ਜੇ ਇੱਥੇ ਨਾ ਸੈੱਟ ਆਇਆ, ਅਸੀਂ ਮੁੰਬਈ ਵੀ ਜਾਵਾਂਗੇ ਤੇ ਗੱਡੀਆਂ ਲੈ ਕੇ ਝੰਡੇ ਏਦੂ ਤਿੱਗਣੇ ਚੁੱਗਣੇ ਕਰਕੇ ਲਿਜਾਵਾਂਗੇ। ਦਿੱਲੀ ਲਾਈਏ, ਬੰਬਾ ਵੀ ਲਾ ਦਾਂਗੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਬਾਬਾ ਜੀ, ਲਗਾਤਾਰ ਬਜ਼ੁਰਗ ਨੇ ਬਿਮਾਰ ਹੋ ਰਹੇ ਨੇ, ਸ਼ਹੀਦੀਆਂ ਪਾ ਰਹੇ ਨੇ, ਕੀ ਕਹਿਣਾ ਚਾਹੋਗੇ? ਧੁੰਦਾਂ ਪੈ ਰਹੀਆਂ ਨੇ, ਠੰਡ ਹੋ ਰਹੀ ਹੈ। ये तो गर्मी पड़ रही है। ਯਾਰ ਅਸੀਂ ਉੱਥੇ ਕੀ ਕਰਦੇ? गर्मी ये तो ਖੇਤਾਂ 'ਚ ਠੰਡ 'ਚ ਮਰਦੇ ਫਿਰਦੇ। गर्मी पड़ रही वहाँ तो ये ठंड क्या है ਜੱਟਾਂ ਨੂੰ ਠੰਡ ਕੀ ਕਹਿੰਦੀ ਆ? या कोरे में हड़ बहा हर इतना सो अगिया मारा इमा ठंड कहाँ है तो गर्मी है बिल्कुल। ਇਹ ਤਾਂ ਗਰਮੀ ਆ, ਇਹਦੇ ਖੇਡਣ ਡੇ ਅਸੀਂ। ਇਹਦਾ ਖੇਡ ਮੱਲਾ ਕਰਦੇ ਪਏ ਆ, ਸੰਘਰਸ਼ ਨਹੀਂ ਕਰਦੇ। ਦਿੱਲੀ ਜੇਕਰ ਮੋਦੀ ਨਾ ਮੰਨਿਆ ਤੇ ਦਿੱਲੀ ਲਾਲ ਕਿਲੇ ਤੱਕ ਜਾਵਾਂਗੇ ਤੇ ਮੋਦੀ ਨੂੰ ਕੱਢ ਕੇ ਲਿਆਵਾਂਗੇ ਤੇ ਜਿੰਨੇ ਕਾਨੂੰਨ ਤਿੰਨੇ ਮਾਫ ਕਰਾਵਾਂਗੇ। ਮਾਫ ਕਰਨ ਤੋਂ ਬਗੈਰ ਜਾਵਾਂਗੇ ਨਹੀਂ ਇੱਥੇ। ਬੋਲੇ ਸੋਨਿਹਾ। ਨੌਜਵਾਨ ਬੈਠੇ ਆ, ਗਰਮ ਹੋਵਾਂਗੇ, ਟੈਨਸ਼ਨ ਨਾ ਲਓ। ਅਜੇ ਤਾਂ ਅਸੀਂ ਤੁਰਨਾ ਸ਼ੁਰੂ ਕੀਤਾ। ਜਦੋਂ ਮਤਲਬ ਦਿਖਾਵਾਂਗੇ, ਤੁਸੀਂ ਵੀ ਇੱਥੇ ਆ, ਅਸੀਂ ਵੀ ਇੱਥੇ ਆ। ਜੇ ਮੋਦੀ ਹੁਣ ਮੰਨ ਜੇ ਉਹਦਾ ਫਾਇਦਾ, ਨਹੀਂ ਤਾਂ ਜਿੰਨਾ ਲੇਟ ਹੋਈ ਜਾਊਗਾ ਉਹਦਾ ਹੀ ਨੁਕਸਾਨ ਆ। ਮੈਂ ਕਿਹਾ ਭੁੱਲ ਜੇ ਜੱਟ ਦਿਮਾਗੋਂ ਪੈਦਲ ਹੀ ਹੁੰਦੇ ਆ। ਇਹ ਤੇ ਈਪੀਐਮ ਵਿੱਚ ਕਰਕੇ ਗੜਬੜੀ ਬਣ ਗਿਆ ਨਾ, ਹੁਣ ਈਪੀਐਮ ਤੇ ਵੀ ਅਸੀਂ ਆਪਦਾ ਰਾਜ ਕਰਾਂਗੇ। ਹਾਂਜੀ, ਜਿੰਦਾਬਾਦ। ਤਸਵੀਰਾਂ ਸਿੰਘੂ ਬਾਰਡਰ ਦੀਆਂ ਨੇ, ਤੁਸੀਂ ਦੇਖ ਸਕਦੇ ਹੋ। ਨੌਜਵਾਨ ਵੀ ਇੱਥੇ ਮੌਜੂਦ ਨੇ, ਬਜ਼ੁਰਗ ਵੀ ਇੱਥੇ ਮੌਜੂਦ ਨੇ ਤੇ ਸਟੇਜ ਥੋੜੀ ਦੇਰ ਤੱਕ ਜਿਹੜੀ ਹੈ ਲੱਗਣ ਨੂੰ ਤਿਆਰ ਹੈ ਤੇ ਹਵਾਵਾਂ ਚੱਲ ਰਹੀਆਂ ਨੇ, ਧੁੰਦਾਂ ਪੈ ਰਹੀਆਂ ਨੇ। ਤਸਵੀਰਾਂ ਸਿੰਘੂ ਬਾਰਡਰ ਦੀਆਂ ਨੇ। ਹੋਰ ਵੀ ਬਜ਼ੁਰਗ ਨੇ, ਬਜ਼ੁਰਗਾਂ ਨਾਲ ਵੀ ਗੱਲਬਾਤ ਕਰਾਂਗੇ। ਬਜ਼ੁਰਗੋ, ਕਿੱਥੋਂ ਪਹੁੰਚੇ ਹੋ? ਗੁਰਦਾਸਪੁਰ ਤੋਂ। ਗੁਰਦਾਸਪੁਰ ਤੋਂ। ਠੰਡ ਪੈ ਰਹੀ ਹੈ, ਧੁੰਦਾਂ ਪੈ ਰਹੀਆਂ ਨੇ, ਮੀਂਹ ਵੀ ਪੈ ਕੇ ਹਟਿਆ ਥੋੜੇ ਦਿਨ ਪਹਿਲਾਂ। ਇਸ ਤਰ੍ਹਾਂ ਦੇਖ ਰਹੇ ਹੋ, ਸ਼ਹੀਦੀਆਂ ਲਗਾਤਾਰ ਕਿਸਾਨ ਨੇ, ਬਜ਼ੁਰਗ ਨੇ ਬਿਮਾਰ ਹੋ ਰਹੇ ਨੇ, ਸ਼ਹੀਦੀਆਂ ਪਾ ਰਹੇ ਨੇ। ਵੇਖੀਏ, ਕੋਈ ਗੱਲ ਨਹੀਂ, ਪਰਵਾਹ ਨਹੀਂ ਜੀ ਮਹਾਰਾਜ। ਠੰਡ ਦੀ ਕੋਈ ਪਰਵਾਹ ਨਹੀਂ। ਜਿਹੜੇ ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ। ਇਸ ਬਾਰੇ ਮੈਂ ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ ਆ। ਮੋਦੀ ਤਾਂ ਕਹਿ ਰਿਹਾ ਕਿ ਹੁਣ ਮੈਂ ਮੀਟਿੰਗ ਦਾ ਸੱਦਾ ਨਹੀਂ ਦਊਂਗਾ। ਕਿਸਾਨਾਂ ਨੇ ਮਿਲਣਾ ਤੇ ਆ ਸਕਦੇ ਆ, ਪਰ ਮੀਟਿੰਗ ਦਾ ਸੱਦਾ ਨਹੀਂ ਦਊਂਗਾ ਮੈਂ। ਆਖਰ ਦੇਣਾ ਹੀ ਪੈਣਾ ਹੈ ਇਹ ਸੰਘਰਸ਼ ਵੇਖ ਕੇ। ਉਹ ਤਾਂ ਕਹਿ ਰਿਹਾ ਕਿ ਕਾਨੂੰਨ ਰੱਦ ਨਹੀਂ ਕਰ ਸਕਦੇ, ਸੋਧਾਂ ਹੋ ਸਕਦੀਆਂ ਨੇ, ਪਰ ਰੱਦ ਨਹੀਂ ਕਰ ਸਕਦੇ। ਇਹ ਰੱਦ ਕਰਾਉਣ ਵਾਸਤੇ ਇੱਥੇ ਬੈਠੇ ਹਾਂ ਜੀ। ਰੱਦ ਕਰਾਉਣਾ, ਰੱਦ ਕਰਾ ਕੇ ਜਾਉਂਗੇ। ਹਾਂਜੀ। ਬਜ਼ੁਰਗੋ, ਕਿੱਥੋਂ ਪਹੁੰਚੇ ਹੋ ਜੀ? ਕਿੱਥੋਂ ਪਹੁੰਚੇ ਹੋ? फतेहगढ़ साहब थे ਕਿੰਨੇ ਦਿਨ ਹੋ ਗਏ ਆਏ? सानू 2 दिन हो गया है ना। ਠੰਡ ਵੱਧ ਰਹੀ ਹੈ ਲਗਾਤਾਰ, ਕਿਸ ਤਰ੍ਹਾਂ ਦੇਖ ਰਹੇ ਹੋ? ਬਜ਼ੁਰਗ ਬਿਮਾਰ ਹੋ ਰਹੇ, ਸ਼ਹੀਦੀਆਂ ਪਾ ਰਹੇ ਆ। ठंड का सानू तो यार हम एडी नहीं लग रही है। अभी हर वक्त खेतों में काम करते हैं, बाहर फिरते तुरते रहने हैं बई। असी हुण कानून वापस करा के जाएंगे। ਜਿੰਨਾ ਮਰਜ਼ੀ ਚਿਰ ਇੱਥੇ ਰੁਕਣਾ। मर्जी होवे, कोई सानू दिक्कतदारी नहीं है कोई भी। ਬਜ਼ੁਰਗ ਵੀ ਸਾਫ਼ ਤੌਰ ਤੇ ਇੱਥੇ ਕਹਿ ਰਹੇ ਕਿ ਜਿਹੜੇ ਖੇਤੀਬਾੜੀ ਬਿੱਲ ਨੇ ਉਹਨਾਂ ਨੂੰ ਰੱਦ ਕਰਾ ਕੇ ਮੁੜਾਂਗੇ। ਨੌਜਵਾਨ ਵੀ ਕਹਿ ਰਹੇ ਆ। ਤੇ ਸਮੇਂ ਤਸਵੀਰਾਂ ਸਿੰਘੂ ਬਾਰਡਰ ਦੀਆਂ ਨੇ, ਸਾਫ ਸਫਾਈਆਂ ਹੋ ਰਹੀਆਂ ਨੇ। ਥੋੜੀ ਦੇਰ ਤੱਕ ਜਿਹੜੀ ਸਟੇਜ ਹੈ ਸ਼ੁਰੂ ਹੋ ਜਾਣੀ ਹੈ ਤੇ
ਤਿਆਰੀਆਂ ਸਾਫ ਸਫਾਈਆਂ ਇੱਥੇ ਚੱਲ ਰਹੀਆਂ ਨੇ। ਲਗਾਤਾਰ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ। ਕਾਫਲੇ, ਵੱਡੇ ਵੱਡੇ ਕਾਫਲੇ ਹਰਿਆਣੇ ਤੋਂ, ਪੰਜਾਬ ਤੋਂ, ਹੋਰ ਵੀ ਸਟੇਟਾਂ ਤੋਂ ਇੱਥੇ ਪਹੁੰਚ ਰਹੇ ਨੇ। ਤੇ ਗਰਾਊਂਡ ਜ਼ੀਰੋ ਤੋਂ ਸਾਂਝਾ ਟੀਵੀ ਦੀ ਟੀਮ ਹੈ ਜਿਹੜੀ ਇੱਥੇ ਜੁੜੀ ਹੋਈ ਹੈ। ਪਹਿਲੇ ਦਿਨ ਤੋਂ ਹੀ ਤੁਹਾਨੂੰ ਗਰਾਊਂਡ ਜ਼ੀਰੋ ਜਿਹੜੀ ਤਸਵੀਰਾਂ ਹੈ ਸਿੰਘੂ ਬਾਰਡਰ ਦੀਆਂ ਉਹ ਦਿਖਾ ਰਹੇ ਹਾਂ। ਦੇਖ ਸਕਦੇ ਹੋ ਸਫਾਈਆਂ ਜਿਹੜੀਆਂ ਉਹ ਚੱਲ ਰਹੀਆਂ ਨੇ। ਬਜ਼ੁਰਗੋ ਕਿੱਥੋਂ ਪਹੁੰਚੇ ਹੋ? ਲੁਧਿਆਣੇ ਤੋਂ ਪਹੁੰਚੇ ਜੀ ਇੱਥੇ। ਕਿੰਨੇ ਦਿਨ ਹੋ ਗਏ ਆਏ? ਕੱਲ ਆਏ ਜੀ। ਤੇ ਕਿਸ ਤਰ੍ਹਾਂ ਦੇਖ ਰਹੇ ਹੋ? ਕੱਲ ਆਏ ਹੋ ਤੁਸੀਂ, ਪਿੱਛੋਂ ਹੀ 20 ਕਿਲੋਮੀਟਰ ਤੋਂ ਜਿਹੜਾ ਹੈ ਹਜੂਮ ਸ਼ੁਰੂ ਹੋ ਜਾਂਦਾ ਹੈ। ਕਿਸ ਤਰ੍ਹਾਂ ਲੱਗ ਰਿਹਾ ਅੱਗੇ ਤੇ? ਆਏ ਆ ਜੀ, ਪੂਰੇ ਕਿਸਾਨ ਧਾਰ ਕੇ ਆਇਆ ਜੀ। ਹੁਣ ਕਾਨੂੰਨ ਇਹ ਰੱਦ ਕਰਾ ਕੇ ਮੁੜਨਗੇ ਜੀ। ਪਿੱਛੋਂ ਬਹੁਤ ਲੋਕ ਆ ਰਹੇ ਆ ਪੰਜਾਬ ਤੋਂ, ਜਿਹੜੇ ਕਾਲੇ ਕਾਨੂੰਨ ਆ ਰੱਦ ਕਰਾ ਕੇ ਹੀ ਵਾਪਸ ਜਾਵਾਂਗੇ। ਠੀਕ ਹੈ ਨਾ? ਹਾਂਜੀ, ਤਾਂ ਤੁਸੀਂ ਵੀ ਦੇਖ ਕੇ ਰਹੇ ਹੋ, ਤੁਸੀਂ ਕਰਦੇ ਹੋ ਰਿਪੋਰਟਿੰਗ, ਦੱਸੋ ਵੀ ਕਿੰਨਾ ਇਕੱਠਾ, ਕਿਵੇਂ ਸਾਰਾ ਸਿਸਟਮ ਚੱਲ ਰਿਹਾ। ਪਿੱਛੇ 20 ਕਿਲੋਮੀਟਰ ਤੋਂ? ਹਾਂ, 20 ਕਿਲੋਮੀਟਰ ਤੋਂ ਜਾਵਾਂ। ਹਾਂਜੀ 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 ਹਾਂਜੀ। ਤੇ ਹੁਣ ਤਾਂ ਮੋਦੀ ਦਾ ਕਹਿ ਰਿਹਾ ਕਿ ਮੋਦੀ ਦਾ ਅੜੀਅਲ ਜਿਹਾ ਸੁਭਾਅ ਹੈ। ਉਹ ਕਹਿ ਰਿਹਾ ਕਿ ਮੈਂ ਮੀਟਿੰਗ ਲਈ ਨਹੀਂ ਬੁਲਾਉਂਗਾ, ਕਿਸਾਨ ਆਪ ਆਣ ਤੇ ਬਿੱਲ ਨਹੀਂ ਰੱਦ ਕਰੂੰਗਾ, ਸੋਧਾਂ ਹੋ ਸਕਦੀਆਂ ਨੇ। ਨਹੀਂ, ਸੋਧ ਅਮੈਂਡਮੈਂਟ ਤਾਂ ਕਰਵਾਉਣੀ ਨਹੀਂ, ਅਸੀਂ ਤਾਂ ਰੱਦ ਕਰਵਾਉਣੇ ਆ। ਅਮੈਂਡਮੈਂਟ ਦਾ ਕੀ, ਅਮੈਂਡਮੈਂਟ ਉਹ ਤਾਂ ਮੰਨ ਹੀ ਗਏ ਆ ਵੀ ਕਾਨੂੰਨ ਗਲਤ ਬਣਿਆ ਸਾਤੋਂ। ਹੁਣ ਜੋ ਆਪਾਂ ਤਾਂ ਇਹਨੂੰ ਕੈਂਸਲ ਕਰਵਾਉਣੇ ਆ, ਤਾਂ ਹੀ ਬੈਠੇ ਧਾਰ ਕੇ ਆਏ ਆ ਅਸੀਂ। ਜਦੋਂ ਸਾਨੂੰ ਚਾਹੀਦੇ ਨਹੀਂ ਕਾਨੂੰਨ, ਫਿਰ ਧੱਕੇ ਨਾਲ ਸਾਡੇ ਤੇ ਕਿਉਂ ਥੋਪੇ ਆ ਇਹ? ਅਸੀਂ ਚਾਹੁੰਦੇ ਹੀ ਨਹੀਂ, ਤਾਂ ਉਹਨਾਂ ਨੂੰ ਕੀ ਇੰਟਰਸਟ ਹੈ ਇਹਨਾਂ ਚੀਜ਼ਾਂ ਦਾ? ਇਹਦਾ ਅਡਾਨੀ ਤੇ ਅਬਾਨੀ ਨੂੰ ਸੰਭਾਲ ਕੇ ਪੰਜਾਬ ਨੂੰ ਬਰਬਾਦ ਕਰਨ। ਕਿਸਾਨ ਦੇ ਫਾਇਦੇਮੰਦ ਆ, ਕਿਸਾਨਾਂ ਲਈ ਆ, ਕਿਸਾਨ ਸਮਝ ਹੀ ਨਹੀਂ ਪਾ ਰਹੇ। ਨਹੀਂ, ਕਿਸਾਨ ਕਿਉਂ ਨਹੀਂ? ਪੜ੍ਹੇ ਲਿਖੇ ਕਿਸਾਨ ਆ ਜੀ। ਚਿਮਚੇ ਆ ਨਾ, ਚਿਮਚੇ ਮੋਦੀ ਦੇ, ਉਹ ਕਹਿੰਦੇ ਨੇ ਕਿ ਕਿਸਾਨ ਦੇ ਹੱਕ 'ਚ ਆ। ਇਹ ਕਿਸਾਨਾਂ ਨੂੰ ਪੁੱਛ ਕੇ ਵੇਖੋ, ਇਹ ਕਾਨੂੰਨ ਜਿਹੜੇ ਆ, ਇਹ ਤਿੰਨੇ ਕਾਨੂੰਨ ਜਿਹੜੇ ਆ ਕਾਲੇ ਕਾਨੂੰਨ ਆ। ਇਹਦੇ ਵਿੱਚ ਕਿਸਾਨ ਛੋਟਾ ਜਿਹੜਾ ਉਹ ਖਤਮ ਹੋ ਜਾਊਗਾ। ਜਿਹੜੇ ਵੱਡੇ ਵੱਡੇ ਮਗਰਮੱਛ ਆ ਉਹਨਾਂ ਨੇ ਪਾਲਣਾ ਹੈ, ਕਿਉਂਕਿ ਉਹਨਾਂ ਨੇ ਅਬਾਨੀ ਡਾਨੀ ਦੇ ਨਾਲ ਸਾਰਾ ਸਮਝੌਤਾ ਕੀਤਾ। ਤੇ ਜਿਹੜੇ ਛੋਟੇ ਜਿਹੜੇ 8-10 ਕਿੱਲਿਆਂ ਵਾਲੇ ਆ ਉਹਨਾਂ ਨੇ ਖਤਮ ਹੋ ਜਾਣਾ। ਇਹ ਕਰਕੇ ਅਸੀਂ ਚਾਹੁੰਦੇ ਹਾਂ ਕਿ ਤਿੰਨੇ ਕਾਨੂੰਨ ਜਿਹੜੇ ਖਤਮ ਹੋਣੇ ਚਾਹੀਦੇ ਨੇ। ਤੇ ਅਸੀਂ ਉਹਨਾਂ ਚਿਰ ਇੱਥੋਂ ਜਾਣਾ ਹੀ ਨਹੀਂਗਾ। ਇਹ ਲਾਲ ਕਿਲੇ 'ਚ ਆ ਗਏ, ਫਿਰ ਅਸੀਂ ਧਰਨਾ ਦਾਂਗੇ, ਉਹਨੂੰ ਕੱਢ ਕੇ ਲਿਆਵਾਂਗੇ ਮੋਦੀ ਨੂੰ ਬਾਹਰ, ਜੇ ਨਹੀਂ ਸਾਡੀਆਂ ਮੰਗਾਂ ਮੰਨੇਗਾ। ਤੇ ਇੱਥੇ 5-6 ਲੱਖ ਬੰਦਾ ਜਿਹੜਾ ਆ ਉਹ ਆਇਆ ਆ, ਤੇ ਉਹ ਉੱਥੇ ਜਾ ਕੇ ਗੁਜਰਾਤ ਵਿੱਚ ਤੁਰਿਆ ਫਿਰਦਾ, ਕਿਸਾਨਾਂ ਦੇ ਨਾਲ ਮੀਟਿੰਗਾਂ ਕਰਦਾ। ਜਿਹੜੇ ਉਹਦੇ ਚਿਮਚੇ ਆ, ਉਹਨਾਂ ਚਿਮਚਿਆਂ ਨੂੰ ਕਹਿਣ ਡਿਆ ਆ ਕਿ ਇਹ ਬਈ ਕਾਨੂੰਨ ਤੁਸੀਂ ਕਹਿ ਦਿਓ ਹੱਕ ਵਿੱਚ ਆ। ਇਹ ਕੋਈ ਹੱਕ 'ਚ ਨਹੀਂ, ਕਿਸਾਨਾਂ ਦੇ ਹੱਕ 'ਚ। ਇਹ ਕਿਸਾਨਾਂ ਨੂੰ ਕਿਉਂਕਿ ਵਿੱਚ ਪੁੱਛਿਆ ਨਹੀਂ, ਲੈਣ ਨਹੀਂ, ਕੋਈ ਦੇਣ ਨਹੀਂ। ਸਾਡੇ ਜਿਹੜੇ ਪੰਜਾਬ ਦੇ ਬਾਦਲ ਆ ਤੇ ਕੈਪਟਨ ਆ, ਉਹ ਕਰਪਟ ਬੰਦੇ ਆ, ਉਹਨਾਂ ਨੇ ਸਾਈਨ ਕੀਤੇ ਆ। ਅਸੀਂ ਉਹਨਾਂ ਤੋਂ ਬਹੁਤ ਦੁਖੀ ਆ, ਕਿਉਂਕਿ ਪਹਿਲਾਂ ਦਰਬਾਰ ਸਾਹਿਬ ਅਟੈਕ ਕਰਾਇਆ ਬਾਦਲ ਨੇ ਕਹਿ ਕੇ। ਇਹਨਾਂ ਨੇ ਜਿਹੜੇ ਹੈਗੇ ਨੇ ਬੀਜੇਪੀ ਵਾਲੇ, ਇਹਨਾਂ ਨੇ ਕਹਿ ਕੇ ਇੰਦਰਾ ਗਾਂਧੀ ਨੂੰ ਅਟੈਕ ਕਰਾਇਆ ਸੀ। ਸਾਰਾ ਇਹਨਾਂ ਦਾ ਕਸੂਰ ਆ। ਉਦੋਂ ਮਰਾਰਜੀ ਦੇਸਾਈ ਨੇ ਇਹਨਾਂ ਨੇ ਕਹਿ ਕੇ ਤੇ ਦਰਬਾਰ ਸਾਹਿਬ ਅਟੈਕ ਕਰਾਇਆ। ਇੰਦਰਾ ਗਾਂਧੀ ਨੇ ਇੱਕ ਵਾਰ ਬਿਆਨ ਵੀ ਉਹਦਾ ਆਇਆ ਸੀ ਕਿ ਮੈਂ ਬਹੁਤ ਗਲਤੀ ਕੀਤੀ ਹੈ ਦਰਬਾਰ ਸਾਹਿਬ ਅਟੈਕ ਕਰਕੇ, ਮੈਨੂੰ ਬੜੀ ਮਜਬੂਰੀ ਸੀ, ਮੈਨੂੰ ਉੱਥੋਂ ਦਬਾਅ ਪਿਆ ਸੀ, ਇਸ ਕਰਕੇ ਮੈਂ ਦਰਬਾਰ ਸਾਹਿਬ ਅਟੈਕ ਕੀਤਾ। ਕਿਸਾਨਾਂ ਨਾਲ ਮੀਟਿੰਗ ਹੋ ਰਹੀ ਹੈ, ਸਿੰਘੂ ਬਾਰਡਰ ਦੇ ਕਿਸਾਨਾਂ ਨਾਲ ਕਿਉਂ ਨਹੀਂ ਮੀਟਿੰਗ ਹੋ ਰਹੀ? ਪੰਜਾਬ ਦੇ ਕਿਸਾਨਾਂ ਨਾਲ ਕਿਉਂ ਨਹੀਂ ਹੋ ਰਹੀ? ਹਰਿਆਣਾ ਦੇ ਕਿਸਾਨਾਂ ਨਾਲ ਕਿਉਂ ਨਹੀਂ ਮੀਟਿੰਗ ਕਰ ਰਹੇ? ਪੂਰੇ ਭਾਰਤ ਦੇ ਕਿਸਾਨ ਇੱਥੇ ਮੌਜੂਦ ਨੇ, ਇਹਨਾਂ ਨਾਲ ਕਿਉਂ ਨਹੀਂ ਮੀਟਿੰਗਾਂ ਕਰ ਰਹੇ? ਉੱਥੇ ਗੁਜਰਾਤ 'ਚ ਕਿਉਂ ਮੀਟਿੰਗਾਂ ਕਰ ਰਹੇ? ਕਿਸ ਤਰ੍ਹਾਂ ਦੇ? ਉਹ ਗੁਜਰਾਤ ਵਿੱਚ ਇਸ ਕਰਕੇ ਉੱਥੇ ਚਿਮਚੇ ਆ ਇਹਦੇ, ਜਿਹੜੇ ਕਿਸਾਨ ਇਹਦੇ ਹੱਕ ਵਿੱਚ ਬੋਲਦੇ ਆ, ਉਹਨਾਂ ਦੇ ਨਾਲ ਜਾ ਕੇ ਮੀਟਿੰਗਾਂ ਕਰਦਾ ਕਿ ਤੁਸੀਂ ਕਹਿ ਦਿਓ ਕਿ ਇਹ ਕਾਨੂੰਨ ਜਿਹੜੇ ਆ ਸਾਡੇ ਹੱਕ 'ਚ ਆ। ਕਿਉਂਕਿ ਇਹਦਾ ਅਬਾਨੀ ਡਾਨੀ ਦਾ ਪੋਤਾ ਹੋਇਆ, ਤੇ ਉੱਥੇ ਜਾ ਕੇ ਇਹ ਪੋਤੇ ਦੇ ਜਨਮ ਦੀ ਖੁਸ਼ੀ ਵਿੱਚ ਜਾ ਕੇ ਤੇ ਉੱਥੇ ਖੁਸ਼ੀਆਂ ਮਨਾ ਰਿਹਾ। ਇੱਥੇ ਪੰਜਾਬ ਜਿਹੜੇ ਆ ਕਿੰਨੇ ਮਰ ਰਹੇ ਨੇ, 10-15 ਕਿਸਾਨ ਜਿਹੜੇ ਆ ਉਹ ਸ਼ਹੀਦੀਆਂ ਪ੍ਰਾਪਤ। ਕੱਲ ਰਾਮ ਸਿੰਘ ਨੇ ਸ਼ਹੀਦੀ ਦਿੱਤੀ ਆ, ਤੇ ਇੱਥੇ ਜਿੰਨੇ ਮੈਡਲ ਆ ਸਾਰੇ ਪੰਜਾਬ ਦਿਆਂ ਨੇ ਮੈਡਲ ਵਾਪਸ ਕੀਤੇ ਆ। ਤੇ ਉਹਨੂੰ ਚਾਹੀਦਾ ਨਹੀਂਗਾ ਕਿ ਇੱਥੇ ਪੰਜਾਬ ਦੇ ਵਾਲਿਆਂ ਨਾਲ ਗੱਲ ਕਰੇ ਆ ਕੇ। ਨਾਲ ਦੇ ਵਿੱਚ ਜਿਹੜੇ ਰਾਮ ਸਿੰਘ ਜੀ, ਉਹਨੇ ਗੋਲੀ ਮਾਰ ਕੇ ਤੇ ਸੁਸਾਈਡ ਨੋਟ ਵਿੱਚ ਲਿਖਿਆ ਕਿ ਇਹਦਾ ਮੈਂ ਮੋਦੀ ਕਰਕੇ ਸੁਸਾਈਡ ਕਰ ਰਿਹਾ। ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਬਹੁਤ ਮਾੜਾ ਹੋਇਆ ਜੀ, ਇਹ ਕਿਸਾਨਾਂ ਦੇ ਦੁੱਖ ਕਰਕੇ ਹੀ ਹੋਇਆ ਜੀ। ਆ ਦੇਖ ਕੇ ਉਹ ਦੁਰਦਸ਼ਾ ਦੇਖ ਕੇ ਗਏ ਵੀ ਇੱਥੇ ਲੋਕ ਕਿਵੇਂ ਠੰਡ 'ਚ ਰਾਤਾਂ ਕੱਟਦੇ ਆ, ਕਿੰਨੀ ਜੱਟਾਂ ਦੀ ਮਾੜੀ ਹਾਲਤ ਆ ਕਿਸਾਨਾਂ ਦੀ। ਸਾਰੇ ਇੰਡੀਆ ਦੇ ਕਿਸਾਨ ਅੱਗੇ ਤਾਂ ਪੰਜਾਬ ਹਰਿਆਣੇ ਦੇ ਕਹਿੰਦੇ ਸੀ ਇਹ, ਤੇ ਉਹ ਦੇਖ ਕੇ ਉਹਨਾਂ ਤੋਂ ਨਹੀਂ ਦੁੱਖ ਝੱਲਿਆ ਗਿਆ। ਇਹਨਾਂ ਨੂੰ ਸਰਕਾਰ ਨੂੰ ਕੋਈ ਫਰਕ ਹੀ ਨਹੀਂ ਜੀ। ਇਹ ਉਹ ਆ ਕੇ ਇੱਥੇ ਜ਼ਿਮੀਂਦਾਰਾਂ ਨਾਲ ਗੱਲ ਕਰਨ, ਉਹਨਾਂ ਦਾ ਸੱਦ ਕੇ ਕਾਨੂੰਨ ਰੱਦ ਕਰਨ, ਅਮੈਂਡਮੈਂਟ ਕਰੀ ਜਾਂਦੇ ਆ। ਜਦੋਂ ਕਹਿੰਦੇ ਕਾਨੂੰਨ ਅਸੀਂ ਇਹ 'ਚ ਅਮੈਂਡਮੈਂਟ ਕਰਤੀਆਂ, 8-9 ਸੋਧਾਂ ਕਰਤੀਆਂ, ਕਾਨੂੰਨ 'ਚ ਹੈ ਹੀ ਨਹੀਂ, ਕਾਨੂੰਨ ਖਤਮ ਕਰ ਦੇਣ। ਫਿਰ ਕਾਨੂੰਨ ਖਤਮ ਕਾਹਤੋਂ ਨਹੀਂ ਕਰਦੇ ਉਹ? ਹਰ ਰੋਜ਼ ਸਾਡੇ 5-6 ਬੰਦੇ ਸ਼ਹੀਦ ਹੁੰਦੇ ਆ ਬਾਬੂ ਜੀ, ਹਰ ਰੋਜ਼। ਅਸੀਂ ਮਰਨ ਦੀ ਖਾਤਰ ਆਏ, ਅਸੀਂ ਪਿੱਛੇ ਹਟਣ ਦੀ ਖਾਤਰ ਨਹੀਂ ਆਏ। ਜਿਹੜੇ ਸਾਡੇ ਰੋਜ਼ ਦੇ ਸ਼ਹੀਦ ਬੰਦੇ ਹੁੰਦੇ ਆ, ਇਹਨਾਂ ਦਾ ਜ਼ਿਕਰ ਦੇਖੋ। ਮੋਦੀ ਨੂੰ ਕਹੋ ਕਿ ਜਿਹੜੇ ਮਰਦੇ ਆ ਮਰਨ ਦੀ ਖਾਤਰ ਆਏ, ਪਿੱਛੇ ਜਾਣ ਦੀ ਖਾਤਰ ਨਹੀਂ ਆਏ। ਰੋਜ਼ ਮਰਦੇ, ਨਾਲੇ ਤੁਸੀਂ ਦੇਖਦੇ ਹੋ 1 ਮਹੀਨਾ ਹੋ ਗਿਆ।
11 ਬੰਦੇ ਕਿਸਾਨ ਇੱਥੋਂ ਹਾਂਜੀ। ਸ਼ਹੀਦ ਹੋ ਚੁੱਕੇ ਨੇ, ਹਾਂ, ਇੱਥੋਂ ਹਾਂ। 11 ਬੰਦੇ। ਬਿਲਕੁਲ ਉਹ ਸ਼ਹੀਦ ਹੋ ਚੁੱਕੇ ਆ, ਅਸੀਂ ਵੀ ਸ਼ਹੀਦ ਹੋਵਾਂਗੇ, ਪਰ ਇਹ ਸ਼ਹੀਦ ਇਹਨੂੰ ਮੋਦੀ ਨੂੰ ਰਗੜੇ ਲਾ ਕੇ ਅਸੀਂ ਮਰਾਂਗੇ, ਉਹ ਨਹੀਂ ਮਰਦੇ, ਅਸੀਂ ਇਹਨੂੰ ਰਗੜੇ ਲਾਵਾਂਗੇ ਉਹਨੂੰ। ਰਾਮ ਸਿੰਘ ਨੇ ਵੇਖਿਆ ਕਿ ਜਦੋਂ ਮੈਡਲ 골ਡ ਮੈਡਲ ਜਿਹੜੇ ਸੀ ਉਹ 골ਡ ਮੈਡਲਿਸਟ ਜਿਹੜੇ ਆ ਰਾਸ਼ਟਰਪਤੀ ਨੂੰ ਵਾਪਸ ਦੇ ਰਹੇ ਆ, ਉਹਨੂੰ ਉਹਦੇ ਦਿਲ ਵਿੱਚ ਬਹੁਤ ਦਰਦ ਹੋਇਆ ਕਿ ਇਹ ਮੈਡਲਿਸਟ ਜਿਹੜੇ ਆ ਇਹ ਵਾਪਸ ਕਰ ਰਹੇ ਮੈਡਲ, ਤੇ ਇਹਦੇ ਨਾਲੋਂ ਆਰਮੀ ਵੀ ਆ ਰਹੀ ਹੈ, ਕਬੱਡੀ ਵਾਲੇ ਹੋ ਗਏ, ਬਾਕਸਿੰਗ ਵਾਲੇ ਹੋ ਗਏ, ਸਾਰੇ ਇੱਥੇ ਆ ਰਹੇ ਆ, ਵਕੀਲ ਵੀ ਇੱਥੇ ਆਏ ਆ। ਮੈਂ ਆਪ ਇੰਟਰਨੈਸ਼ਨਲ ਪਲੇਅਰ ਆ, ਮੈਂ 10 ਕਿਲੋਮੀਟਰ 5 ਕਿਲੋਮੀਟਰ ਮੈਂ ਆਪ ਰੇਸ ਲਾਉਣਾ, ਜਿੰਨੇ 골ਡ ਮੈਡਲ ਸਾਰੇ ਇਹਨਾਂ ਨੇ ਮੈਡਲ ਜਿਹੜੇ ਆ ਕੀਤੇ ਨੇ ਵਾਪਸ। ਤੇ ਉਹਨੇ ਰਾਮ ਸਿੰਘ ਨੇ ਜਦੋਂ ਵੇਖਿਆ ਕਿ ਇਹ ਕਿਸਾਨਾਂ ਦੀ ਇੰਨੀ ਮਾੜੀ ਹਾਲਤ ਆ ਤੇ ਜਿਹੜੇ ਵੱਡੇ 골ਡ ਲਿਸਟ ਆ ਉਹ ਮੈਡਲ ਵਾਪਸ ਕਰ ਰਹੇ ਆ, ਇਸ ਕਰਕੇ ਉਹਦੇ ਕੋਲ ਇਹ ਜਿਹੜਾ ਬਰਦਾਸ਼ਤ ਨਹੀਂ ਹੋਇਆ ਗਿਆ, ਉਹਨੇ ਇਸ ਕਰਕੇ ਗੋਲੀ ਆਪਣੇ ਆਪ ਨੂੰ ਮਾਰੀ ਆ। ਇਹ ਮੋਦੀ ਸਰਕਾਰ ਜਿਹੜੀ ਜ਼ਿੰਮੇਵਾਰ ਆ ਉਹ ਰਾਮ ਸਿੰਘ ਨੂੰ ਮਾਰਨ ਦੇ। ਇਸ ਕਰਕੇ ਮੋਦੀ ਸਰਕਾਰ ਨੂੰ ਛੇਤੀ ਫੈਸਲਾ ਕਰਨਾ ਚਾਹੀਦਾ, ਤਿੰਨੇ ਕਾਨੂੰਨ ਜਿਹੜੇ ਆ ਵਾਪਸ ਲੈਣੇ ਚਾਹੀਦੇ ਆ, ਨਹੀਂ ਤੇ ਹੋਰ ਵੀ ਜਾਨਾਂ ਜਾ ਸਕਦੀਆਂ। ਤੇ ਇਹਨਾਂ ਬੀਜੇਪੀ ਦਾ ਅਸੀਂ ਬਿਲਕੁਲ ਵਿਰੋਧ ਕਰਾਂਗੇ, ਪੰਜਾਬ ਵਿੱਚ ਬੀਜੇਪੀ ਨੂੰ ਅਸੀਂ ਖੰਘਣ ਨਹੀਂ ਦਾਂਗੇ। ਜਿਤਨਾ ਕਿਹਨੂੰ ਸਮਝਦੇ ਤੁਸੀਂ ਜਿਹੜੇ ਸ਼ਹੀਦ ਹੋ ਰਹੇ, ਇੰਨੀ ਸ਼ਹੀਦੀਆਂ ਪਾ ਰਹੇ ਆ? ਮੋਦੀ ਹੈ ਜੀ, ਮੋਦੀ ਇਹਦਾ ਜ਼ਿੰਮੇਵਾਰ ਹੈ, ਮੋਦੀ ਬਾਨੀ ਡਾਨੀ ਸਭ। ਨਾਮ ਬਣਾਉਂਦਾ ਤੇ ਨਾ ਇੱਥੇ ਕਿਸਾਨ ਆਉਂਦੇ, ਇਹ ਕਾਲੇ ਕਾਨੂੰਨ ਉਹਨੇ ਬਣਾਏ ਆ ਤੇ ਕਿਸਾਨ ਇੱਥੇ ਤੱਕ ਪਹੁੰਚੇ ਆ। ਹਾਂਜੀ ਹਾਂਜੀ, कहाँ से आए हो? महाराष्ट्र से, बीड जिला से। क्या कहना चाहोगे? अरे क्या कहेंगे यार, ये कैसा कानून बनाए, 3 कानून बनाए इन्होंने, हाँ पूरे देश का। अभी ये जो मीडिया के माध्यम से वो जो मोदी सरकार पूरे देश में बता रही है, मोदी और अमित शाह, ये रंगा बिल्ला की जोड़ी है साहब। पुराने जमाने में रंगा बिल्ला डाकू थे ना, ये देश को लूट रहे, गुमराह बना रहे पूरे देश को। हाँ अब ये आंदोलन किसान आंदोलन चल रहा है, ये कह रहे हैं कि ये जो किसान आंदोलन है ये सिर्फ हरियाणा और पंजाब का ही है। अरे हम महाराष्ट्र से है, पूरे देश से लोग आ रहे हैं, जुट रहे हैं। सिर्फ इसमें एक बात हो रही है कि ये बड़े भाई की, जो बड़ा भाई होता है ना एक घर में, वो कैसे सबको पाल पोसता है, वैसे पंजाब और हरियाणा के किसान बड़ा भाई बन के आगे निकल रहा है और पूरे देश का किसान इनके साथ है। समझ में आया? और ये जो ये जो क्रांति है ना, ये क्रांति के बीज ये पंजाब और हरियाणा के किसान ने बोए हैं। हाँ ये पंजाब की जो धरती है ना, गुरु गोविंद सिंह की धरती, ये क्रांति की धरती कहलाती है। और हम महाराष्ट्र से, हम उस धरती से है जिस धरती में छत्रपति शिवाजी महाराज ने राज निर्माण किया था। ऐसे ही क्रांति करके हम उस धरती से, ये जो अपना हक मांग रहे हैं ना, किसान अपने हक की बात कर रही है, संविधान जिसने दिया ना इस देश को, डॉक्टर बाबा साहेब भीमराव रामजी आम्बेडकर, हाँ उनकी धरती से हम। बाबा साहब को स्कूल में बिठाया नहीं दिया जाता था, जिस व्यक्ति को स्कूल में बिठाया नहीं दिया जाता था उस व्यक्ति ने पूरे दुनिया के अंदर नंबर 1 का संविधान इस देश को दिया। उस धरती से हम आते हैं, समझ में आया? हम उस धरती से आते हैं जिस धरती ने शिक्षा का पाठ महात्मा फुले ने इस धरती को पढ़ाया। पूरे भारत देश में शिक्षा दिए नहीं जाती थी इस दुनिया में, भारत में वो शिक्षा का पाठ महात्मा फुले ने पूरे देश को पढ़ाया। उस धरती से हम है, हम पीछे नहीं हटने वाले। समझ में आया? और ये जो रंगा बिल्ला की जोड़ी है ना, उनका बाप महाराष्ट्र में बैठा है। ये किसानों को मालूम नहीं है रंगा बिल्ला की जोड़ी अमित शाह और मोदी, ये जो दोनों है ना, उनका बाप महाराष्ट्र में बैठा है। तीनों कानून जो उन्होंने पास किए हैं ना, वो लोकसभा में और राज्यसभा में नहीं पहले आए। ये कानून राष्ट्रीय स्वयंसेवक संघ का जो मुख्यालय है महाराष्ट्र में नागपुर में, उनका बाप जो है ना वो मोहन भागवत, वहां से निकला है ये तीनों काला कानून। ध्यान में आया? वो नागपुर से काला कानून निकला है। मोदी शाह अगर दम है तो सुन लो, ये काला कानून नागपुर से निकला है और नागपुर के बाद में ये लोकसभा में डाला गया, फिर राज्यसभा में पास किया और वो अध्यादेश निकाल के पूरे देश के किसानों को लुटवाना चाहता है अडानी और अंबानी से। ये जो मैं ये कहला, नेल्सन मंडेला को जानते हो? ऐसे ही क्रांति नेल्सन मंडेला ने साउथ अफ्रीका में पैदा की थी।
ऐसे ही क्रांति हुई थी। अगर मोदी, अमित शाह और वो मोहन भागवत सुन लो, आरएसएस का मुख्य है ना तू, मोहन भागवत सुन लो। अगर आप नहीं चाहते कि इस देश में किसान आंदोलन के माध्यम से अगर कोई नेल्सन मंडेला पैदा होने वाला होते हुए नहीं देखना चाहते, तो ये तीनों काला कानून वापस ले लो। देखो ये कैसा इस देश में गुमराह कैसा लोगों को किया जाता है। इन्होंने पहले 370 निकाला, 370 निकाला, ठीक है, वो बोला कश्मीर का मुद्दा है, वो दब गया। बाद में इनने मुसलमानों के औरतों के वास्ते एक तीन तलाक निकाला, ठीक है। पूरा देश कहता रहा कि ये मुसलमानों के वास्ते आपला कुछ नहीं, सब चुप बैठे रहे, ठीक है। 2 मुद्दे हो गए। फिर एनआरसी लाए, उसमें शाहीन बाग बनाए गए दिल्ली में, पूरे देश में नोटबंदी करवा दी। इंडस्ट्रियल एरिया का पूरा उन्होंने निजीकरण कर दिया। 8 घंटे का काम था इंडस्ट्रियल एरिया में काम करने वाले लोगों का, 12 घंटा कर दिया, कोई कुछ नहीं बोला। लेकिन इस देश में एक ऐसा सिस्टम बचा था किसान, वो किसानों के बारे में उन्होंने 3 काले कानून बनाए। लेकिन वो आज किसान आंदोलन के पहले इस देश में जो भी आंदोलन हो गए, वो पूरे आंदोलन उन्होंने कभी जात के नाम पे, कभी धर्म के नाम पे, कभी प्रांत के नाम पे बांटे। लेकिन ये एकमात्र किसानों का आंदोलन ऐसा है कि ये कौन से भी जात के नाम पे, धर्म के नाम पे या प्रांत के नाम पे इसे बांटने नहीं आएगा। समझ में आया? ये हिंदू मुसलमान की लड़ाई नहीं है, ये कौन से जात या धर्म की लड़ाई नहीं है। किसान ही हमारी जात, किसान ही हमारा धर्म, ये लड़ाई वो है मोदी और शाह के खिलाफ। हम सब किसान एक जात के हैं। हम पूरे देखो, हमारा देश एक विविधता में एकता रहने वाला देश है। जैसे कहते हैं ओस ओस पे बदले वानी, कोस कोस पे बदले पानी। समझ में आया? पंजाब में गए तो पंजाबी बोली जाती है, महाराष्ट्र में गए मराठी बोली जाती है, आप उधर साउथ में जाओ मलयालम बोली जाती है, गुजरात में जाओ गुजराती बोली जाती है। हाँ, तो ओस ओस में बदले पानी, वानी कोस कोस पे बदले पानी, ऐसी ये बात है। ये जो आप बनाना चाहते हैं ना हिंदू राष्ट्र, ये कभी देखो अपन जो सब कह रहे हैं ना, मैं पूरे किसानों को एक बात कहना चाहता हूँ, अपन जो कहते हैं ना हिंदुस्तान हिंदुस्तान, पहले ये हिंदुस्तान बोलना बंद कर दो। क्योंकि 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 सुनो 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 क्योंकि हिंदुस्तान बोलना क्यों बंद करो? डॉक्टर बाबा साहब आम्बेडकर ने जब संविधान लिखा ना, तब पूरे पहला ही कलम है उसमें, पहला ही आर्टिकल है विद द पीपल ऑफ इंडिया। और भारत का नाम क्या नहीं वो नहीं, भारत का नाम उन्होंने क्या किया है, इंडिया डेट इज द भारत। इंग्लिश में कहोगे तो इंडिया, दूसरी कोई भाषा में भारत के अंदर के कहोगे तो भारत। हिंदुस्तान पूरे कॉन्स्टिट्यूशन में कहीं भी हिंदुस्तान शब्द नहीं नजर आएगा। काहे का हिंदू राष्ट्र बनाएंगे तुम और कैसे बनाओगे? हाँ, अरे सिख अलग धर्म है, हिंदू अलग धर्म है, मुसलमान अलग धर्म है, बौद्ध अलग धर्म है, क्रिश्चियन अलग धर्म है, ईसाई अलग धर्म है। जब अलग अलग धर्म के अलग अलग भाषा बोलने वाले अलग अलग प्रांत के लोग इस देश में रहते हैं, विविध भाषाओं के विविध धर्म के लोग रहते हैं, तो एक धर्म का कैसा तानाशाह से के तरीका कर सकते हो? नहीं कर सकते आप हिंदू राष्ट्र, आपको करना ही नहीं आता। क्योंकि डॉक्टर भीमराव रामजी आम्बेडकर ने उसका नाम पहले ही इंडिया और भारत, दो नाम के सिवा तीसरा नाम आप नहीं रख सकते। आया समझ में? तो पहले हिंदू कहना, हिंदू राष्ट्र, हिंदुस्तान कहना बंद करो, सब आपवाप ही सुधर जाएंगे। ये कहाँ से पहुंचे हैं? हम सिरसा से पहुंचे हैं। इस पूरी मूवमेंट से शुरुआत से ही जुड़े हैं और मतलब ये मान के चलो ये एक केवल वर्ग संघर्ष है, किसानी। क्योंकि जब से ये 2014